ਅੱਜ ਸਿੱਖ ਸਦਭਾਵਨਾ ਦਲ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਕਥਾ ਕੀਰਤਨ ਅਤੇ ਅਰਦਾਸ ਕਰਕੇ ਦਿੱਤਾ ਗਿਆ ਪੰਥਕ ਹੋਕਾ। ਆਓ ਦੇਖਦੇ ਹਾਂ ਮਨੋਜ ਚਰਖੀਵਾਲ ਦੀ ਰਿਪੋਰਟ। ਨਾ ਤਾਂ ਸਿੱਖ ਮਾਂ ਦਾ ਦੁੱਧ ਪੀਤਾ, ਇੰਨੀ ਬੇਸ਼ਰਮੀ ਮੈਂ ਦੇਖੀ ਨਹੀਂ। ਤਾਕਤਾਂ ਬੜੀਆਂ ਹੁੰਦੀਆਂ, ਸਦਾ ਨਹੀਂ ਰਹਿਣੀਆਂ ਤਾਕਤਾਂ, ਇੱਥੇ ਹੀ ਰਹਿ ਜਾਣੀਆਂ ਨੇ। ਖਾਲਸਾ ਵੈਜ ਫਤਿਹ। ਗੁਰਦੁਆਰਾ ਅਕਾਲ ਬੁੰਗਾ ਸਾਹਿਬ, ਦਾਸ ਫੌਜਾ ਸਿੰਘ, ਸਿੱਖ ਸਦਭਾਵਨਾ ਦਲ ਔਰ ਮਾਨ ਕੀਰਤਨੀਏ ਭਾਈ ਬਲਦੇਵ ਸਿੰਘ ਜੀ ਬਡਾਲਾ, ਅਸੀਂ ਅੱਜ ਪੰਥਕ ਹੋਕਾ ਇੱਥੇ ਦੇ ਚੱਲੇ ਹਾਂ। ਮਨਪ੍ਰੀਤ ਸਿੰਘ ਮਿਨਿਸਟਰ ਜੋ ਕਾਂਗਰਸ ਦੇ ਨੇ, ਉਹਨਾਂ ਦੇ ਦਫ਼ਤਰ ਦੇ ਅੱਗੇ ਇਹ ਆਪਣੀ ਨੀਅਤ ਹੁੰਦੀ ਹੈ। ਔਰ ਸਾਨੂੰ, ਮੈਂ ਇਸ ਦੇਸ਼ ਦਾ ਅਧਿਕਾਰੀ ਰਿਹਾ ਆਰਮੀ ਦੇ ਵਿੱਚ, ਔਰ ਭਾਈ ਬਡਾਲਾ ਜੀ ਮਹਾਨ ਕੀਰਤਨੀ ਰਹੇ ਨੇ ਦਰਬਾਰ ਸਾਹਿਬ ਦੇ ਵਿੱਚ। ਆਹ ਜਿਹੜੇ ਸਾਰੇ ਗੁਰਮੁਖ ਹੈ, ਇਹ ਸੱਚ ਤੇ ਧਰਮ ਦੀ ਆਵਾਜ਼ ਨਾਲ ਜੁੜੇ ਇੱਥੋਂ ਦੇ ਨਾਗਰਿਕ ਹੈ। ਇੱਥੋਂ ਦੇ ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ। ਅਬ ਸਾਡਾ ਧਰਮੀਆਂ ਦਾ ਫਰਜ਼ ਹੁੰਦਾ ਹੈ ਧਰਮ ਤੇ ਸੱਚ ਦੀ ਆਵਾਜ਼ ਬੁਲੰਦ ਕਰਨੀ ਦੁਨੀਆ ਵਿੱਚ। ਰਾਜ ਮੰਤਰੀਆਂ ਕੋਲ, ਰਾਜ ਮੰਡਲ ਕੋਲ, ਉਹਨਾਂ ਨੂੰ ਆਪਣਾ ਧਰਮ ਤੇ ਫਰਜ਼ ਅਦਾ ਕਰਨ ਵਾਸਤੇ ਜਾਗਰੂਕ ਕਰਨਾ। ਭਾਜੀ ਲੋਕ ਰਾਜ 'ਚ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ। ਆਪਣੇ ਕਿਸਾਨ ਵੀਰ ਦੇਖੋ ਦਿੱਲੀ ਕਿੰਨੇ ਤਾਦਾਦ 'ਚ ਬੈਠੇ ਹੈਗੇ ਆ, ਕਿੰਨਾ ਐਜੀਟੇਸ਼ਨ ਹੋ ਰਿਹਾ ਹੈਗਾ, ਸਰਕਾਰਾਂ ਟਸ ਤੋਂ ਮਸ ਨਹੀਂ ਹੋ ਰਹੀਆਂ। ਕੀ ਕਹਿਣਾ ਚਾਹੋਗੇ? ਦੇਖੋ, ਇੱਕ ਹੈ ਡਿਕਟੇਟਰਸ਼ਿਪ। ਜਿਹੜੀ ਡਿਕਟੇਟਰਸ਼ਿਪ ਹੁੰਦੀ ਹੈ ਉਹ ਹਉਮੈ ਨੂੰ ਕਹਿੰਦੇ ਨੇ। ਹਉਮੈ ਇਤਿਹਾਸ ਪੜ੍ਹੋ ਵੀ ਜਿਹਦੀ ਵੀ ਇੱਕ ਮਗਰਮੱਛ ਉਹਨੂੰ ਕਹਿ ਲਈਏ ਆਪਾਂ। ਕੱਟੜਤਾ ਭਾਵੇਂ ਉਹ ਧਰਮ ਵਿੱਚ ਆ ਜੇ, ਭਾਵੇਂ ਰਾਜਨੀਤਿਕ ਵਿੱਚ ਆ ਜੇ। ਡਿਕਟੇਟਰਸ਼ਿਪ ਇੱਕ ਹਉਮੈ ਦਾ ਐਡਾ ਵੱਡਾ ਮਗਰਮੱਛ ਹੈ। ਅੱਜ ਤੱਕ ਜੇ ਧਰਮੀ ਨੇ ਕੀਤਾ, ਧਰਮੀ ਨੂੰ ਨਿਕਲ ਗਿਆ। ਅਗਰ ਜੇ ਕਿਸੇ ਰਾਜਨੀਤਿਕ ਨੇ ਕੀਤਾ, ਰਾਜਨੀਤਿਕ ਨੂੰ ਨਿਕਲ ਗਿਆ। ਧਰਮ ਜਿਹੜਾ ਮਗਰਮੱਛ ਹੈ ਨਾ ਵੱਡਾ, ਉਹ ਮੂੰਹ ਅੱਡੀ ਖੜਾ ਹੈ, ਇਹਨਾਂ ਨੂੰ ਨਿਕਲ ਜਾਣਾ ਹੈ। ਇਹ ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਹੈ। ਇਤਿਹਾਸ ਤੋਂ ਸੇਧ ਲੈਣ, ਆਪਣੀ ਜ਼ਮੀਰ ਤੋਂ ਲੈਣ। ਰਾਜ ਭਾਗ ਸਦਾ ਸੁਣੋ ਹੈ, ਰਾਜ ਭਾਗ ਬਖਸ਼ਣ ਵਾਲੇ ਆਹ ਲੋਕਤੰਤਰ ਹੈ, ਲੋਕਾਂ ਨੇ। ਇਹ ਤਾਂ ਫਿਰ ਉਹਨਾਂ ਨੂੰ ਚਾਹੀਦਾ ਨਾ। ਇਹ ਸਵਾਲ ਵੈਸੇ ਉਹਨਾਂ ਦਾ ਕਦੇ ਮੀਡੀਆ ਵੀ ਕਿ ਤੁਸੀਂ ਤਾਂ ਧੰਨੋ ਇੱਥੇ ਖੜੇ ਹੋ ਸਾਡੇ ਵਿੱਚ ਆ ਕੇ ਸਾਡੀ ਆਵਾਜ਼ ਪਹੁੰਚਾਉਂਦੇ ਹੋ। ਅੱਜ ਤਾਂ ਇੱਕ ਨਾਮ ਹੀ ਨਵਾਂ ਦਿੱਤਾ ਹੈ ਮੀਡੀਆ ਦਾ, ਗੋਦੀ ਮੀਡੀਆ। ਕਮਾਲ ਹੈ। ਉਹ ਕਿਹੜੀ ਮਾਂ ਦਾ ਦੁੱਧ ਪੀਤਾ ਹੋਣਾ, ਜਿਹੜੀ ਜ਼ਮੀਰ ਨੂੰ ਇਹ ਦੱਬ ਦੇਣਾ, ਆਵਾਜ਼ ਨੂੰ ਇਹ ਦੱਬ ਲੈਣਾ। ਮੇਰੇ ਖਿਆਲ ਹੈ ਹਰੇਕ ਨਹੀਂ ਕਰ ਸਕਦਾ। ਇਹ ਵੈਸੇ ਉਹਨਾਂ ਦਾ ਸਵਾਲ ਹੈ। ਅੱਜ ਆਮ ਨਾਗਰਿਕ ਦੇਖੋ ਕਿੰਨਾ ਪਰੇਸ਼ਾਨ ਹੈ। ਕਿਸਾਨ ਵੀਰ ਆਪਣੇ ਉੱਥੇ ਬੈਠੇ ਹੈਗੇ ਆ, ਠੀਕ ਹੈ। ਇਹ ਕਿਸ ਪਾਰਟੀ ਨੂੰ ਇਹਦਾ ਜ਼ਿੰਮੇਵਾਰ ਮੰਨਦੇ ਹੋ ਤੁਸੀਂ? ਦੇਖੋ, ਰਾਜਨੀਤਿਕ ਲੋਕਾਂ ਦਾ ਨਾ ਧਰਮ ਹੁੰਦਾ ਹੈ, ਨਾ ਦੀ ਕੋਈ ਪਾਰਟੀ ਹੁੰਦੀ ਹੈ। ਇਹਨਾਂ ਦੇ ਧੜੇ ਹੁੰਦੇ ਨੇ। ਇੱਕਦਮ ਜਿਹੜਾ ਧੜਾ ਦੇਖਦੇ ਨੇ ਵੱਧਦਾ ਜਾ ਰਿਹਾ, ਛੱਡ ਕੇ ਉਧਰ ਹੋ ਜਾਂਦੇ ਨੇ। ਜਿਹੜੇ ਧੜਿਆਂ ਨੂੰ ਪਿਆਰ ਕਰਦੇ ਆ, ਧਰਮ ਨੂੰ ਪਿਆਰ ਨਹੀਂ ਕਰ ਸਕਦੇ। ਇਹ ਧੜੇਬੰਦੀ ਵਾਲੇ ਲੋਕ ਨੇ। ਦੇਖਿਆ ਤੁਸੀਂ ਰਾਜਨੀਤਿਕ ਲੋਕ ਆਪਣੀ ਪਾਰਟੀ, ਮਾਂ ਪਾਰਟੀ ਛੱਡ ਕੇ, ਜਿਹਨੂੰ ਮਾਂ ਪਾਰਟੀ ਕਹਿੰਦੇ ਆ, ਮਿੰਟਾਂ ਵਿੱਚ ਛੱਡ ਜਾਂਦੇ ਆ, ਦੂਈ ਪਾਰਟੀ ਲੱਗ ਜਾਂਦੇ ਆ। ਨਾ ਰਾਜਨੀਤਿਕ ਲੋਕਾਂ ਦਾ ਕੋਈ ਧਰਮ ਹੋਇਆ ਕਰਦਾ, ਨਾ ਕੋਈ ਇਹਨਾਂ ਦੀ ਪਾਰਟੀ ਹੋਇਆ ਕਰਦੀ ਹੈ। ਇਹ ਧੜਿਆਂ ਨੂੰ ਪਿਆਰ ਕਰਦੇ ਹੁੰਦੇ ਆ। ਜਦੋਂ ਧਰਮ ਨੂੰ ਛੱਡ ਕੇ ਧੜਿਆਂ ਨਾਲ ਪਿਆਰ ਹੋ ਜੇ, ਫਿਰ ਇਹੋ ਜਿਹੇ ਹਾਲਾਤ ਹੁੰਦੇ ਆ ਦੇਸ਼ ਦੇ, ਜਿਹੜੇ ਅੱਜ ਹੋਏ ਆ, ਜਿਹੜੇ ਅੱਜ ਸਾਹਮਣੇ ਆ। ਸਰ 2014 ਚ ਦੇਖੋ ਬੀਜੇਪੀ ਸਰਕਾਰ ਆਈ ਸੀਗੀ, ਇੱਕ ਅੱਛੇ ਦਿਨ ਦਾ ਨਾਰਾ ਲਾਇਆ ਸੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅੱਛੇ ਦਿਨ ਅੱਛੀਆਂ ਅਕਲਾਂ ਨਾਲ ਆਉਂਦੇ ਨੇ, ਅੱਛੇ ਦਿਨ ਲਿਆਕਤ ਨਾਲ ਆਉਂਦੇ ਨੇ, ਅੱਛੇ ਦਿਨ ਸੋਝੀ ਨਾਲ ਆਉਂਦੇ ਨੇ। ਔਰ ਨਾ ਇਹਨਾਂ ਕੋਲ ਲਿਆਕਤ, ਨਾ ਸੋਝੀ, ਨਾ ਕੋਈ ਧਰਮ ਦੀ ਆਵਾਜ਼। ਧਰਮ ਦੇ ਠੇਕੇਦਾਰ ਜ਼ਰੂਰ ਬਣੇ। ਇਹਨਾਂ ਨੇ ਭਾਈਚਾਰਕ ਸਾਂਝ ਵੀ ਖਤਮ ਕਰਤੀ। ਅਸੀਂ ਪਿੰਡਾਂ ਵਿੱਚ ਆਮ ਨਾਗਰਿਕ, ਹਿੰਦੂ, ਸਿੱਖ, ਮੁਸਲਮਾਨ, ਸਾਈ, ਬੋਧੀ, ਜੈਨੀ ਕਿੰਨੇ ਪਿਆਰ ਨਾਲ ਰਹਿਣੇ ਆ। ਹੁਣ ਦੇਖੋ, ਕਿਸਾਨ ਸਾਰੀ ਜਾਤੀ ਦੇ ਨੇ, ਕੋਈ ਲੜ ਰਿਹਾ। ਇਹ ਸਾਰੀ ਇਹਨਾਂ ਦੇ ਪੁਆੜੇ ਪਾਏ ਹੋਏ ਨੇ। ਪਾੜੋ ਤੇ ਰਾਜ ਕਰੋ। ਇਹ ਲੋਕਾਂ ਦਾ ਕੋਈ ਧਰਮ ਨਹੀਂ ਹੋ ਰਿਹਾ। ਇਹਨਾਂ ਨੇ ਇਹੀ ਨਾਰੇ ਦੇ ਕੇ, ਵੈਸੇ ਸਿਆਣਾ ਹੋਣਾ ਚਾਹੀਦਾ ਹੈ ਇਹ ਸਾਡੇ ਮੁਲਕ ਨੂੰ ਵੀ, ਨਾਗਰਿਕਤਾ ਨੂੰ ਸਿਆਣੇ ਹੋਣਾ ਚਾਹੀਦਾ ਹੈ। ਕਿਉਂਕਿ ਏਡੀ ਵੱਡੀ ਸਿਆਣਪ ਜੇ ਹੁਣ ਨਾ ਸਾਨੂੰ ਆਈ, ਫਿਰ ਕਦੋਂ ਆਊ? ਹੁਣ ਤਾਂ ਅੱਖਾਂ ਦੇ ਸਾਹਮਣੇ ਆ ਸਾਰਾ ਕੁਝ। ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਦੇਸ਼ ਵਾਸੀਆਂ ਨੂੰ ਇਹੀ ਦਊਂਗਾ, ਆਪਸ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖੋ। ਅਲੱਗ-ਅਲੱਗ ਖਿੱਤਿਆਂ ਦੇ, ਅਲੱਗ-ਅਲੱਗ ਮਜ਼ਹਬਾਂ ਦੇ, ਅਲੱਗ-ਅਲੱਗ ਧਰਮਾਂ ਦੇ ਲੋਕ ਆਪਸ ਵਿੱਚ ਪਿਆਰ ਰੱਖਣ। ਆਪਣੇ ਵਿੱਚੋਂ ਤੁਹਾਡੇ ਬੜੀ ਕਾਬਲੀਅਤ ਹੈ, ਤੁਹਾਡੇ ਲੋਕਾਂ ਵਿੱਚ ਬਹੁਤ ਕਾਬਲੀਅਤ ਆ, ਬੜੇ ਕਾਬਲੀਅਤ ਵਾਲੇ ਲੋਕ ਨੇ। ਜੇ ਲੀਡਰ ਵੀ ਚੁਣਨੇ ਨੇ, ਕੋਈ ਆਪ ਚੁਣੋ, ਧਰਮੀ ਚੁਣੋ,
ਔਰ ਭਾਵੇਂ ਸਾਡਾ ਰਾਜਨੀਤਿਕ ਦੇਖੋ ਗੁਰਦੁਆਰਾ ਕਾਲਬੁੰਗਾ ਸਾਹਿਬ ਤੇ ਸਿੱਖ ਸਦਭਾਵਨਾ ਦਲ, ਸਾਡਾ ਕਿਸੇ ਰਾਜਨੀਤਿਕ ਧੜੇ ਨਾਲ ਸੰਬੰਧ ਨਹੀਂ, ਪਰ ਅਸੀਂ ਰਾਜ ਵਿੱਚ ਤਾਂ ਰਹਿੰਦੇ ਹਾਂ। ਕਹਿ ਤਾਂ ਸਕਦੇ ਹਾਂ ਸਾਰੇ ਮੁਲਕ ਨੂੰ ਵੀ ਕੋਈ ਐਸੇ ਲੀਡਰ ਯਾਰ ਸਾਡੇ ਧਰਮੀ ਹੈਗੇ ਆ ਜਿਨ੍ਹਾਂ ਦੀਆਂ ਜਾਗਦੀਆਂ ਜ਼ਮੀਰਾਂ ਨੂੰ ਉਹਨਾਂ ਨੂੰ ਅਸੀਂ ਸੁਨੇਹਾ ਤਾਂ ਦੇ ਸਕਦੇ ਹਾਂ ਵੀ ਇਹਨਾਂ ਵਿੱਚੋਂ ਹੀ ਚੁਣ ਲਓ, ਬਹੁਤ ਲੋਕ ਨੇ ਇਹ ਆਵਾਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਦਭਾਵਨਾ ਦਲ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵੱਲੋਂ ਅੱਜ ਬਠਿੰਡਾ ਦੀ ਧਰਤੀ ਤੇ ਮਨਪ੍ਰੀਤ ਬਾਦਲ ਦੇ ਦਫ਼ਤਰ ਦੇ ਬਾਹਰ ਪੰਥਕ ਜ਼ਮੀਰ ਜਗਾਊ ਹੋਕਾ ਦੇਣ ਆਏ ਸੀ, ਜੋ ਕਿ ਦਿੱਤਾ ਗਿਆ। ਔਰ ਉਹਦਾ ਮੁੱਖ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਬਾਦਲ ਕੋੜਮੇ ਵੱਲੋਂ ਖੁਰਦ ਕੀਤੇ ਗਏ ਸਨ, ਜਿਨ੍ਹਾਂ ਦੇ ਇਨਸਾਫ ਲਈ ਪਿਛਲੇ 4 ਨਵੰਬਰ ਤੋਂ ਅੱਜ ਸਾਨੂੰ 63 ਦਿਨ ਹੋ ਗਏ ਨੇ ਉੱਥੇ ਬੈਠਿਆਂ ਨੂੰ। ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ ਮੁਕੱਦਮਾ ਦਰਜ ਕਰਦੇ, ਪਰ ਉਹਨਾਂ ਕੀਤਾ ਨਹੀਂ। ਤੇ ਸਾਨੂੰ ਇੰਝ ਲੱਗਿਆ ਕਿ ਕੈਪਟਨ ਸਰਕਾਰ ਬਾਦਲਾਂ ਨਾਲ ਜਾਰੀ ਨਿਭਾਉਂਦੀ ਨਜ਼ਰ ਆਉਂਦੀ ਹੈ, ਪੁਸ਼ਤਪਨਾਹੀ ਕਰ ਰਹੀ ਹੈ ਔਰ ਦੋਸ਼ੀਆਂ ਨੂੰ ਬਚਾ ਰਹੀ ਹੈ। ਉਸ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਜਿੱਥੇ ਅਸੀਂ ਉੱਥੇ ਬੈਠੇ ਹੋਏ ਹਾਂ, ਉੱਥੇ ਨਾਲ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਜਿਹੜਾ ਉਹਨਾਂ ਦੇ 17 ਮੰਤਰੀ ਨੇ, ਉਹਨਾਂ ਦੇ ਘਰ ਦੇ ਬਾਹਰ ਜ਼ਮੀਰ ਜਗਾਊ ਹੋਕਾ ਪੰਥਕ ਹੋਕਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ। ਪਹਿਲਾਂ ਅਸੀਂ ਗਏ ਸੀਗੇ ਜੇਲ੍ਹ ਮੰਤਰੀ ਦੇ ਘਰ, ਤ੍ਰਿਪਤ ਬਾਜਵਾ ਦੇ ਘਰ, ਰਾਣਾ KP ਸਪੀਕਰ ਜਿਹੜੇ ਰੋਪੜ ਵਾਲੇ ਨੇ ਉਹਨਾਂ ਦੇ ਘਰ। ਅੱਜ ਚੌਥੀ ਵਾਰੀ ਸੀ ਜਿਹੜੀ ਮਨਪ੍ਰੀਤ ਬਾਦਲ ਦੀ, ਜਦੋਂ ਕਿ ਉਹਨੂੰ ਇੱਥੇ ਆਉਣਾ ਚਾਹੀਦਾ ਸੀ। ਇਹ ਉਹਦੀ ਬਦਕਿਸਮਤੀ ਕਿ ਉਹ ਆਪਣਾ ਘਰ ਤੇ ਕੀ ਆਉਣਾ ਸੀ, ਦਫ਼ਤਰ ਵੀ ਬੰਦ ਕਰਕੇ ਦੌੜ ਗਿਆ। ਤੇ ਇਹ ਕਹਿ ਲਈਏ ਕਿ ਉਹ ਅਸੀਂ ਤਾਂ ਖੋਲ੍ਹਣਾ ਚਾਹੁੰਦੇ ਸੀ ਇਹਨਾਂ ਦਾ ਸਾਰਾ ਕੁਝ ਵੀ, ਇਹ ਲੋਕਾਂ 'ਚ ਇਹਨਾਂ ਦੇ ਦਰ ਖੁੱਲ੍ਹੇ ਰਹਿਣ, ਪਰ ਹੁਣ ਆਪ ਹੀ ਉਹ ਬੰਦ ਕਰ ਗਏ। ਇਹਨਾਂ ਦਾ ਬਦਲੋ ਜਿੰਦਰੇ ਮਰਵਾਉਣੇ ਚਾਹੁੰਦੇ ਨੇ। ਤੇ ਹੋ ਸਕਦਾ ਕੁਦਰਤ ਨੇ ਹੁਣ ਅੱਗੇ ਇਹਨਾਂ ਦੇ ਕਿਲਿਆਂ 'ਚ ਉੱਲੂ ਬੁਲਾਉਣੇ ਹੋਣ। ਇਹਦਾ ਸਾਫ਼ ਹੈ ਜੀ, ਜਿਹੜੇ ਇੱਥੋਂ ਦੇ ਹਾਕਮ ਨੇ, ਚਾਹੇ ਉਹ ਪੰਜਾਬ ਸਰਕਾਰ ਕਹਾਂ ਜਾਂ ਸਾਡੀ ਭਾਰਤੀ ਸਰਕਾਰ, ਉਹ ਜਿਨ੍ਹਾਂ ਲੋਕਾਂ ਦੇ ਸਿਰ ਤੇ ਬਣੀ ਆ ਉਹਨਾਂ ਲੋਕਾਂ ਨੂੰ ਜੋ ਡਾਂਗ ਫੇਰ ਰਹੀ ਹੈ। ਲੋਕਤੰਤਰ ਦਾ ਇਹ ਕਤਲ ਹੈ, ਸਾਫ਼ ਇਹ ਕਹਾਂਗਾ। ਤੇ ਜਿਹੜਾ ਕਾਨੂੰਨ ਹੈ, ਪੁਲਿਸ ਪ੍ਰਸ਼ਾਸਨ ਹੈ, ਉਹਨੇ ਉਹ ਕਾਨੂੰਨ ਜਿਹੜੇ ਘੜੇ ਹੋਏ ਆ ਉਹ ਲਾਗੂ ਕਰਾਉਣੇ ਸੀ। ਤੇ ਵੇਖਣ ਨੂੰ ਇੰਝ ਲੱਗ ਰਿਹਾ ਕਿ ਉਹ ਕਾਨੂੰਨ ਦੇ ਰਾਖੇ ਵੀ ਇੱਕ ਮੰਤਰੀਆਂ ਦੀਆਂ ਕਠਪੁਤਲੀਆਂ ਬਣ ਕੇ ਰਹਿ ਗਏ। ਉਹਨਾਂ ਦੇ ਪੱਲੇ ਕੱਖ ਨਹੀਂ। ਮੰਤਰੀ ਜੀ ਦੇ ਬੁੱਲ ਹਿੱਲਣਗੇ ਤੇ ਪਰਚਾ ਮੇਰੇ ਵਰਗੇ ਤੇ ਨਜਾਇਜ਼ ਵੀ ਦਰਜ ਹੋ ਸਕਦਾ ਹੈ। ਮੰਤਰੀ ਜੀ ਦੇ ਬੁੱਲ ਹਿੱਲਣ ਨਾ ਹਿੱਲਣ ਤਾਂ ਭਾਵੇਂ ਕਿੱਡਾ ਵੀ ਕ੍ਰਾਈਮ ਕੇਸ ਹੋ ਜੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸਰੂਪ ਦੀ ਗੱਲ ਛੱਡੋ, 328 ਸਰੂਪ ਨੇ। ਔਰ ਇੱਥੇ ਬਰਗਾੜੀ ਤੇ ਬਾਈਬਲ ਜਿਹੜਾ ਕਾਂਡ ਵਾਪਰਿਆ, ਉੱਥੇ ਤੋਂ ਉਹਨਾਂ ਨੇ ਕੰਧ ਤੇ ਲਿਖ ਕੇ ਲਾਇਆ ਸੀ ਵੀ ਚੁੱਕ ਕੇ ਲੈ ਕੇ ਜਾਣਾ ਹੈ, ਔਰ ਖੜਿਆ। ਉਹੀ ਜੇ ਕਿਤੇ ਕੰਧ ਤੇ ਖਾਲਿਸਤਾਨ ਲਿਖਿਆ ਹੁੰਦਾ ਇਹਨਾਂ ਟੱਬਰ ਪੀੜ ਦੇਣਾ ਸੀਗਾ, ਪਰ ਉਹ ਗੁਰੂ ਗ੍ਰੰਥ ਸਾਹਿਬ ਲੈ ਜਾਣਾ ਸੀਗਾ, ਕੋਈ ਕਿਸੇ ਦੇ ਕੰਨ ਤੇ ਜੁ ਨਹੀਂ ਸਕਦੀ। ਮੈਨੂੰ ਇਹ ਲੱਗਦਾ ਹੈ ਜੀ ਕਿ ਜਿਹੜਾ ਉੱਥੇ ਕਿਸਾਨ ਬੈਠੇ ਨੇ, ਬਹੁ ਗਿਣਤੀ ਸਿੱਖ ਭਰਾ ਬੈਠੇ ਆ, ਔਰ ਉਹਨਾਂ ਸਿੱਖ ਭਰਾਵਾਂ ਨੇ ਸਰਬੱਤ ਦਾ ਭਲਾ ਮੰਗਿਆ। ਇਹਨਾਂ ਦੀ ਡਾਂਗ ਫੇਰਨ ਵਾਲੀ ਪੁਲਿਸ ਨੂੰ ਪ੍ਰਸ਼ਾਦੇ ਛਕਾਏ, ਹਰ ਇੱਕ ਨਾਲ ਭਾਈਚਾਰਕ ਸਾਂਝ ਮਜ਼ਬੂਤ ਕੀਤੀ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ, ਘਾਲ ਖਾਏ ਕਿਛ ਹੱਥੋਂ ਦੇ, ਤੇਰੇ ਭਾਣੇ ਸਰਬੱਤ ਦਾ ਭਲਾ। ਕਿਸੇ ਦੀ ਧੀ ਦੇ ਸਿਰ ਤੋਂ ਲੀੜਾ ਨਹੀਂ ਖਿੱਚਿਆ, ਕਿਸੇ ਦੀ ਗੱਡੀ ਨਹੀਂ ਸਾੜੀ। ਉਹ ਲੰਗਰ ਵੰਡਣ ਵਾਲਿਆਂ ਨੂੰ ਅਮਰੀਕਾ ਵਰਗੀ ਧਰਤੀ ਟਰੰਪ ਕਹਿੰਦਾ ਕਿ ਮਹਾਮਾਰੀਆਂ ਤੋਂ ਬਚਣਾ ਹੈ। ਇਹ ਲੋਕ ਤੇ ਗੁਰਦੁਆਰੇ ਪੂਰੀ ਧਰਤੀ ਤੇ ਪੈਦਾ ਕਰ ਦਿਓ। 87% ਦੀ ਦੇਸ਼ ਲਈ ਕੁਰਬਾਨੀਆਂ ਸਿੱਖ ਨੇ ਕੀਤੀਆਂ। ਅੱਜ ਉਹਨਾਂ ਨੂੰ ਜੇ ਸਿਰ ਫਿਰੇ ਲੋਕ ਇਹ ਕਹਿੰਦੇ ਨੇ ਕਿ ਅੱਤਵਾਦੀ ਬੈਠੇ ਨੇ, ਤੇ ਫਿਰ ਉਹਨਾਂ ਅੱਤਵਾਦੀਆਂ 'ਚੋਂ ਇੱਕ ਅਸੀਂ ਵੀ ਆ, ਸੱਚ ਬੋਲਣ ਵਾਲੇ। ਹਰ 70% ਦੀ ਵਰਗ ਜਿਹੜਾ ਉਹ ਸਾਰਾ ਅੱਤਵਾਦੀ ਆ, ਜਿਹੜਾ ਇਹ ਕਹਿ ਰਿਹਾ ਕਿ ਸਰਕਾਰ ਚਾਹੁੰਦੀ 25 ਰੁਪਏ ਵਾਲਾ ਆਟਾ 250 ਨੂੰ ਵੇਚਣਾ। ਇਹ 70% ਲੋਕ ਕਹਿਣਾ ਚਾਹੁੰਦੇ ਨੇ ਕਿ 25 ਵਾਲਾ 24 'ਚ ਹੋ ਜਾਏ, 26 'ਚ ਨਾ ਹੋਵੇ। ਤੇ ਜੇ ਇਹ ਸਾਰੇ ਆਪਸ 'ਚ ਭਾਈਚਾਰਕ ਰਹਿਣ ਵਾਲੇ ਲੋਕ ਅੱਤਵਾਦੀ ਨੇ, ਤਾਂ ਫਿਰ ਮੈਂ ਵੀ ਕਹਾਂਗਾ ਕਿ ਇਸ ਤਰ੍ਹਾਂ ਦੇ ਸੱਤਵਾਦ ਦੇ ਮੁਜੱਸ਼ਮੇ ਅੱਤਵਾਦੀ ਜਿਹੜੇ ਸਿਰ ਫਿਰਿਆਂ ਦੇ ਲੇਬਲ ਲਾਏ ਹੋਏ ਨੇ, ਇਹ ਪੂਰੀ ਦੁਨੀਆ ਤੇ ਹੋਣ। ਤਾਂ ਇਹਦੀ ਸਾਡੀ ਰਣਨੀਤੀ ਹੋਏਗੀ ਕਿ ਪਹਿਲਾਂ ਜਿਹੜੇ 4 ਹੋ ਗਏ ਨੇ, ਪਰਸੋਂ 6 ਨੂੰ CP ਅੰਮ੍ਰਿਤਸਰ ਕਮਿਸ਼ਨਰ ਦੇ ਘਰ, ਉਦੋਂ ਅਗਲਾ ਜਿਵੇਂ ਹੈਗੇ ਨੇ 17 ਮੰਤਰੀ ਮੰਡਲ ਨੇ, ਇਹਦੇ ਆਪਣੇ ਮੰਤਰੀ ਨੇ ਪੰਜਾਬ ਸਰਕਾਰ ਦੇ, ਇਹਨਾਂ ਦੇ ਘਰਾਂ ਦੇ ਬਾਹਰ ਜਾਣ ਤੋਂ ਬਾਅਦ ਅਗਲੀ ਜਿਹੜੀ ਰਣਨੀਤੀ ਹੋਊਗੀ ਉਹ ਤੁਹਾਡੇ ਅਸੀਂ ਸਾਹਮਣੇ ਉਹ ਇਹ ਸਾਰੇ ਪ੍ਰੋਗਰਾਮ ਸੰਪੂਰਨ ਕਰਨ ਤੋਂ ਬਾਅਦ ਰੱਖਾਂਗੇ। ਜਿਹੜੇ ਪ੍ਰਬੰਧਕ ਕਮੇਟੀਆਂ ਹੈਗੀਆਂ, ਠੀਕ ਹੈ, ਇਹ ਪੋਲਿਟਿਕਸ ਤੋਂ ਮਤਲਬ ਕਿ ਅਲੱਗ ਨਹੀਂ ਹੋਣੀਆਂ ਚਾਹੀਦੀਆਂ। ਜਿਵੇਂ ਇਹ ਵੇਖੋ ਜੀ, 2016 22 ਮਾਰਚ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸਿੱਖ ਸਦਭਾਵਨਾ ਦਲ ਨੇ ਜਿਹੜੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕੀਤੀ ਸੀ, ਜਿਹਦੇ ਨਾਲ ਅੱਜ ਬਾਬਾ ਫੌਜਾ ਸਿੰਘ ਨਾਲ ਮੋਢਾ ਜੋੜ ਕੇ ਖੜ ਗਏ।
ਇਹ ਮੁਕੱਦਮਾ ਦਰਜ ਕਰਾਉਣਾ ਇਹ ਵਿੱਚ ਕਾਰਜ ਆ ਗਿਆ ਹੈ ਨਾ। ਮੁੱਖ ਮਕਸਦ ਸਾਡਾ ਇੱਕੋ ਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਅਕਾਲ ਤਖਤ ਸਾਹਿਬ ਹੈ, ਇਹ ਰਾਜਨੀਤੀ ਦਾ ਅਖਾੜਾ ਨਹੀਂ ਆ, ਇਹ ਸਿੱਖ ਨੀਤੀ ਦਾ ਇੱਕ ਧੁਰਾ ਹੈ, ਕੇਂਦਰ ਹੈ। ਅਸੀਂ ਗੁਰਦੁਆਰਿਆਂ ਚੋਂ ਰਾਜਨੀਤੀ ਕੱਢਣ ਦਾ ਪ੍ਰਣ ਜਿਹੜਾ ਸੀ 22 ਮਾਰਚ ਨੂੰ ਅਨੰਦਪੁਰ ਸਾਹਿਬ ਤੋਂ ਕੀਤਾ ਹੋਇਆ। ਸਾਡਾ ਮੁੱਖ ਟੀਚਾ ਹੀ ਇਹ ਹੈ ਕਿ ਅਸੀਂ ਸਿਲੈਕਸ਼ਨ ਵਾਲੇ ਅਲੋਕ ਇਲੈਕਸ਼ਨ 'ਚ ਫਸ ਗਏ ਹਾਂ। ਹੁਣ ਅਸੀਂ ਇਲੈਕਸ਼ਨ ਦੇ ਜ਼ਰੀਏ ਗੁਰਦੁਆਰਿਆਂ ਨੂੰ ਇਸ ਸਿਆਸੀ ਟੱਬਰ ਬਾਦਲ ਕੋੜਮੇ ਤੋਂ ਛਡਾਉਣ ਲਈ ਕਮਰ ਕੱਸੇ ਕਰੀ ਬੈਠੇ ਆ ਔਰ ਗੁਰਦੁਆਰੇ ਦੀਆਂ ਚੋਣਾਂ ਸਿਆਸੀ ਲੋਕਾਂ ਨੂੰ ਲੜਨ ਵੀ ਨਹੀਂ ਦਿਆਂਗੇ ਤੇ ਸਿਆਸੀ ਬੰਦੇ ਗੁਰਦੁਆਰਿਆਂ 'ਚ ਰਹਿਣ ਵੀ ਨਹੀਂ ਦਿਆਂਗੇ। ਇਹ ਧਾਰਮਿਕ ਅਦਾਰੇ ਨੇ, ਨਾ ਕਿ ਸਿਆਸੀ ਕੋਈ ਪਿੜ ਤੇ ਜਿੱਥੇ ਇਹ ਖੌਰੂ ਪਾ ਕੇ ਮਾਨ ਮਰਜ਼ਾਦਾ ਦਾ ਘਾਣ ਕਰਨ। ਇਹ ਰੋਕਣ ਲਈ ਸਿੱਖ ਨੀਤੀ ਲਿਆਵਾਂਗੇ, ਰਾਜਨੀਤਿਕ ਗੁਰੂ ਘਰਾਂ 'ਚੋਂ ਭਜਾਵਾਂਗੇ, ਪੰਥ ਰੁਸ਼ਨਾਵਾਂਗੇ, ਨਰੈਣ ਨੂੰ ਭਜਾਵਾਂਗੇ। ਜਿਵੇਂ 100 ਸਾਲ ਪਹਿਲਾਂ ਸਾਡੇ ਵਡਪੁਰਖਿਆਂ ਨੇ ਸ਼ਹੀਦ ਭਾਈ ਲਛਮਣ ਸਿੰਘ ਹੋਣਾ ਕੀਤਾ, ਉਵੇਂ ਹੀ